ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਬਿਆਨ ਆਉਂਦਾ ਹੈ ਤੇ ਇੱਕ ਵਿਸ਼ੇਸ਼ ਧਰਮ ਨੂੰ ਟਾਰਗੇਟ ਵੀ ਕੀਤਾ ਜਾਂਦਾ ਕਿ ਸਿੱਖਾਂ ਨੂੰ ਜਾਣਬੁੱਝ ਕੇ ਉਸ ਧਰਮ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਬਵਾਲ ਮਚਿਆ। मैं समझदा जथेदार अकाल तख्त साहब के जथेदार की चिंता बिल्कुल जायज़ है। उन्होंने जो बयान दिता बिल्कुल ठीक दिता। तुसी लालच दो कि तुहानूं बाहर भेजांगे, तुसी लालच दो कि तुहाडा मकान बना देवांगे, तुहानूं कपड़े लैके देवांगे। इस किस्म के लालच दे के जदों भी कोई कम्यूनिटी किसी घट गिणती के धर्म की परिवर्तन करवाउण दा यतन करती है, वो गैर कानूनी गल्लां ने, वो पंजाब की शांति अमन भंग करन दा यतन है, समाज नूं तोड़न वालियां गल्लां ने। ये गल्लां बिल्कुल बर्दाश्त नहीं कीतियां जा सकदियां। जथेदार साहब का बयान बिल्कुल दुरुस्त है। ये एजेंसियां जिहड़ियां ने किते ना किते पंथ विरोधी एजेंसियां ने, जिहड़ियां एजेंसियां सिख जगह नूं हड़प करना चाहुंदियां ने। जद ईसाई बनता सी बंदा अपने केस भी कतल करा लैंदा सी ते वो रूप बदल लैंदा सी, पर हुण नाम भी उही रखिया जांदा है। जिहड़ी दस्तार भी बन्नी हुंदी है, दाड़ा भी प्रकाश हुंदा ते गातरा ही पाया हुंदा, फिर वो लोग क्यों जिहड़े ने जाके प्रचारक बन जांदे ने। पादरी नूं इस गल की आग्या नहीं दित्ती जा सकती कि वो किसी सिख की दस्तार सजा के सिर ते दाड़ा सजा के जां गातरे किरपान पाई हो के उहदे कोलों ईसाईयत का प्रचार करवाउण दा यतन करे। टकराव पैदा होएगा। इहदे लई जिम्मेवार क्रिश्चन होणगे, सरकारां होणगीਆਂ। सरकार इहदा नोटिस लैण दा यतन करे। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਧਰਮ ਪਰਿਵਰਤਨ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ। ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਬਿਆਨ ਆਉਂਦਾ ਹੈ ਤੇ ਇੱਕ ਵਿਸ਼ੇਸ਼ ਧਰਮ ਨੂੰ ਟਾਰਗੇਟ ਵੀ ਕੀਤਾ ਜਾਂਦਾ ਕਿ ਸਿੱਖਾਂ ਨੂੰ ਜਾਣਬੁੱਝ ਕੇ ਉਸ ਧਰਮ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਬਵਾਲ ਮਚਿਆ ਤੇ ईसाई धर्म जिहदा नाम बार बार लिता जा रहा, उन्हां वल्लों भी जिहड़ियां प्रैस वार्ता कीतियां जा रहीआं, इल्ज़ाम लगाए जा रहे ने। मामला लगातार उलझदा जा रहा, पर SGPC ਦਾ ਇੱਥੇ ਰੋਲ ਜਿਹੜਾ ਰਹਿਣ ਵਾਲਾ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਚਰਚਾ ਇਸ ਨੂੰ ਲੈ ਕੇ ਕਰਾਂਗੇ। ਸਾਡੇ ਨਾਲ SGPC ਦੇ ਜਨਰਲ ਸਕੱਤਰ ਪੰਜੋਲੀ ਸਾਹਿਬ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਪੰਜੋਲੀ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਕਿ ਸਿੱਧਾ ਹੀ ਇੱਕ ਧਰਮ ਨੂੰ ਟਾਰਗੇਟ ਕਰ ਦੇਣਾ ਜਾਂ ਉਹਦਾ ਨਾਮ ਲੈ ਦੇਣਾ? देखो, जथेदार श्री अकाल तख्त साहब पूरी कौम के जथेदार ने और अकाल तख्त पूरे खालसा पंथ का। अकाल तख्त का मैसेज जिहड़ा है वो खालसा पंथ लई है। हरमंदर साहब का सुनेहा पूरे संसार दे लई है। मैं समझदा जथेदार अकाल तख्त साहब के जथेदार की चिंता बिल्कुल जायज़ है। उन्होंने जो बयान दिता बिल्कुल ठीक दिता। इस मुल्क के अंदर नहीं बल्कि दुनिया भर विच ही ਜਿਹੜੇ ਵੱਡੇ ਧਰਮ ਨੇ, ਵੱਡੀਆਂ ਕੌਮਾਂ ਨੇ, ਉਹ ਛੋਟੀਆਂ ਕੌਮਾਂ ਨੂੰ ਹੜੱਪ ਕਰ ਜਾਂਦੀਆਂ ਨੇ। ਵੱਡੇ ਧਰਮ ਛੋਟੇ ਧਰਮਾਂ ਨੂੰ ਹੜੱਪ ਕਰ ਜਾਂਦੇ ਨੇ। ਪਿਛਲੇ ਸਮੇਂ ਵੀ ਤੁਸੀਂ ਦੇਖਿਆ ਹੋਣਾ ਕਿ ਬੁੱਧ ਧਰਮ ਜਿਹੜਾ ਸੀ ਉਹ ਹਿੰਦੁਸਤਾਨ ਦੇ ਵਿੱਚ ਹਿੰਦੂਇਜ਼ਮ ਨੇ ਹੜੱਪ ਕਰ ਦਿੱਤਾ। ਉਸੇ ਤਰ੍ਹਾਂ ਜੈਨ ਧਰਮ ਉਹਨਾਂ ਨੇ ਹੜੱਪ ਕਰ ਦਿੱਤਾ। ਅਤੇ ਉਸੇ ਤਰ੍ਹਾਂ ਹੁਣ ਉਹ ਹੋਰ ਧਰਮ ਜਿਹੜੇ ਨੇ, ਜਿਹੜੇ ਮਨਿਓਰਿਟੀ 'ਚ ਨੇ, ਘੱਟ ਗਿਣਤੀ 'ਚ ਨੇ, ਉਹਨਾਂ ਨੂੰ RSS ਵੀ ਹਿੰਦੂਇਜ਼ਮ ਦੇ ਮਤਲਬ ਫਿਲਾਸਫੀ ਦੇ ਰੂਪ ਦੇ ਵਿੱਚ ਉਹ ਟਾਰਗੇਟ ਕਰਦੀ ਹੈ। ਅਤੇ ਕ੍ਰਿਸਚਨ ਜਿਹੜੇ ਨੇ ਉਹ ਵੀ ਇਸ ਗੱਲ ਨੂੰ ਟਾਰਗੇਟ ਕਰਦੇ ਨੇ। ਮੈਂ ਸਮਝਦਾ ਵੀ ਕਿਸੇ ਵੀ ਧਰਮ ਨੂੰ ਆਪਣੇ ਧਰਮ ਦੀ ਵਿਚਾਰਧਾਰਾ ਨਾਲ ਲੋਕਾਂ ਨੂੰ ਪ੍ਰੇਰ ਕੇ ਧਰਮ ਪਰਿਵਰਤਨ ਕਰਵਾਉਣ ਵਾਲੀ ਗੱਲ ਤਾਂ ਜਿਹੜੀ ਹੈ ਮੰਨੀ ਜਾ ਸਕਦੀ ਹੈ। ਲੇਕਿਨ ਤੁਸੀਂ ਲਾਲਚ ਦਿਓ ਕਿ ਤੁਹਾਡੇ ਬੱਚੇ ਦੀ ਫੀਸ ਭਰਾਂਗੇ, ਤੁਸੀਂ ਲਾਲਚ ਦਿਓ ਕਿ ਤੁਹਾਨੂੰ ਬਾਹਰ ਭੇਜਾਂਗੇ, ਤੁਸੀਂ ਲਾਲਚ ਦਿਓ ਕਿ ਤੁਹਾਡਾ ਮਕਾਨ ਬਣਾ ਦੇਵਾਂਗੇ, ਤੁਹਾਨੂੰ ਕੱਪੜੇ ਲੈ ਕੇ ਦੇਵਾਂਗੇ। ਇਸ ਕਿਸਮ ਦੇ ਲਾਲਚ ਦੇ ਕੇ ਜਦੋਂ ਵੀ ਕੋਈ ਕਮਿਊਨਿਟੀ ਕਿਸੇ ਘੱਟ ਗਿਣਤੀ ਦੇ ਧਰਮ ਦੀ ਪਰਿਵਰਤਨ ਕਰਵਾਉਣ ਦਾ ਯਤਨ ਕਰਦੀ ਹੈ, ਉਹ ਗੈਰ ਕਾਨੂੰਨੀ ਗੱਲਾਂ ਨੇ, ਉਹ ਪੰਜਾਬ ਦੀ ਸ਼ਾਂਤੀ ਅਮਨ ਭੰਗ ਕਰਨ ਦਾ ਯਤਨ ਹੈ, ਸਮਾਜ ਨੂੰ ਤੋੜਨ ਵਾਲੀਆਂ ਗੱਲਾਂ ਨੇ। ਇਹ ਗੱਲਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਜਥੇਦਾਰ ਸਾਹਿਬ ਦਾ ਬਿਆਨ ਬਿਲਕੁਲ ਦੁਰਸਤ ਹੈ। ਨੰਬਰ 2 'ਤੇ ਪਿਛਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਇਕਬਾਲ ਸਿੰਘ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਦੇ ਸੱਦੇ 'ਤੇ ਅਸੀਂ ਦਿੱਲੀ ਗਏ ਸੀ। ਸਾਡਾ ਇੱਕ ਡੈਲੀਗੇਸ਼ਨ ਸ਼੍ਰੋਮਣੀ ਕਮੇਟੀ ਦਾ, ਅਸੀਂ ਈਸਾਈਅਤ ਦਾ ਵੀ ਮਤਲਬ ਜਿਹੜੇ ਕ੍ਰਿਸਚਨ ਨੇ ਉਹਨਾਂ ਦਾ ਵੀ, ਪਾਦਰੀਆਂ ਦਾ ਇੱਕ ਡੈਲੀਗੇਸ਼ਨ ਸੀਗਾ। ਸਾਡੀ ਸਾਹਮਣੇ ਡਾਇਲੋਗ ਹੋਈ। ਉਹਨਾਂ ਨੇ ਇਸ ਗੱਲ ਤੋਂ ਡਿਨਾਈ ਕੀਤਾ ਕਿ ਅਸੀਂ ਪੰਜਾਬ ਵਿੱਚ ਇਸ ਕਿਸਮ ਦਾ ਕੋਈ ਕੁਝ ਨਹੀਂ ਕਰ ਰਹੇ। ਉੱਥੇ ਕੌਣ ਕਰ ਰਹੇ ਨੇ ਸਾਡੇ ਬੈਨਰ ਥੱਲੇ, ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ। ਅਸੀਂ ਉਹਨਾਂ ਨੂੰ ਕਿਹਾ ਤਾਂ ਵੀ ਤੁਸੀਂ ਉਹਨਾਂ ਨੂੰ ਰੋਕੋ, ਨਹੀਂ ਐਵੇਂ ਤਣਾਅ ਵਧੇਗਾ, ਹਾਲਾਤ ਖਰਾਬ ਹੋਣਗੇ।
ਉਹਨਾਂ ਨੇ ਵੀ ਕਿਹਾ ਤਾਂ ਵੀ ਠੀਕ ਹੈ ਅਸੀਂ ਵੀ ਆਪਣੇ ਪੱਧਰ ਤੇ ਯਤਨ ਕਰਦੇ ਹਾਂ। ਪਰ ਮੈਂ ਸਮਝਦਾ ਕਿ ਇਹ ਏਜੰਸੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਪੰਥ ਵਿਰੋਧੀ ਏਜੰਸੀਆਂ ਨੇ, ਜਿਹੜੀਆਂ ਏਜੰਸੀਆਂ ਸਿੱਖ ਇਜ਼ਮ ਨੂੰ ਹੜੱਪ ਕਰਨਾ ਚਾਹੁੰਦੀਆਂ ਨੇ। ਦੁਨੀਆ ਵਿੱਚ ਇੱਕੋ ਇੱਕ ਧਰਮ ਹੈ ਖਾਲਸਾ ਪੰਥ, ਜਿਹਦੀ ਅੱਡਰੀ ਆਜ਼ਾਦ ਨਿਆਰੀ ਹਸਤੀ ਸੰਸਾਰ ਦੇ ਵਿੱਚ ਸਭ ਤੋਂ ਵੱਧ ਵਿਲੱਖਣ ਹੈ। ਦੇਖੋ, ਕੋਈ ਗੋਹੇ ਨੂੰ ਸੜਕ ਤੋਂ ਨਹੀਂ ਚੁੱਕਣ ਦਾ ਯਤਨ ਕਰਦਾ, ਲੇਕਿਨ ਸੋਨਾ ਸੜਕ ਤੇ ਪਿਆ ਹੋਵੇ ਉਹਨੂੰ ਕੋਈ ਛੱਡਦਾ ਨਹੀਂ। ਖਾਲਸਾ ਪੰਥ ਦਾ ਸਿਧਾਂਤ, ਵਿਚਾਰਧਾਰਾ, ਸਿੱਖੀਜ਼ਮ ਦੀ ਫਿਲਾਸਫੀ ਇਹ ਵੀ ਸੋਨੇ ਦੇ ਰੂਪ ਦੇ ਵਿੱਚ ਹੈ। ਇਸ ਕਰਕੇ ਬਹੁ ਗਿਣਤੀ ਜਿਹੜੀ ਹੈ, ਭਾਵੇਂ ਉਹ ਕ੍ਰਿਸਚਨਾਂ ਦੀ ਹੈ, ਭਾਵੇਂ ਇਸਲਾਮ ਦੀ ਹੈ, ਭਾਵੇਂ ਉਹ ਮਤਲਬ ਆਪਣਾ ਹਿੰਦੂਇਜ਼ਮ ਦੀ ਹੈ, ਉਹਨਾਂ ਦਾ ਯਤਨ ਇਹ ਹੈ ਵੀ ਕਿ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੜੱਪ ਕਰਨਾ, ਇਹਨਾਂ ਦੀ ਹੋਂਦ ਖਤਮ ਕਰਨੀ ਹੈ। ਪਰ ਇਹ ਸਾਨੂੰ ਮਾਣ ਹੈ, ਗੌਰਵ ਹੈ ਕਿ ਸਾਡੇ ਪਿੱਛੇ ਇੱਕ ਬਹੁਤ ਵੱਡੀ ਫਿਲਾਸਫੀ ਖੜ੍ਹੀ ਹੈ, ਬਹੁਤ ਵੱਡੀਆਂ ਸ਼ਹਾਦਤਾਂ ਖੜ੍ਹੀਆਂ ਨੇ, ਗੁਰੂ ਸਾਹਿਬ ਦਾ ਮਹਾਨ ਪਵਿੱਤਰ ਵਿਲੱਖਣ ਸਿਧਾਂਤ ਖੜ੍ਹਾ ਹੈ। ਇਸ ਕਰਕੇ ਖਾਲਸਾ ਪੰਥ ਨੂੰ ਖਤਮ ਤਾਂ ਕੋਈ ਕਰ ਨਹੀਂ ਸਕਦਾ। ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜਾ ਖਾਲਸੇ ਨੂੰ ਹੜੱਪ ਕਰ ਜਾਵੇ। ਸਮੇਂ-ਸਮੇਂ ਹਮਲੇ ਜ਼ਰੂਰ ਹੁੰਦੇ ਨੇ, ਕਦੇ ਸਾਨੂੰ ਚਰਖੜੀਆਂ 'ਤੇ ਚੜ੍ਹ ਕੇ ਵੀ ਖਤਮ ਕਰਨ ਦੇ ਯਤਨ ਕੀਤੇ ਗਏ, ਬੰਦ ਵੀ ਕੱਟੇ ਗਏ, ਖੋਪੜੀਆਂ ਲਾਈਆਂ ਗਈਆਂ, ਪਰ ਕਿਸੇ ਇੱਕ ਸਿੱਖ ਨੇ ਵੀ ਧਰਮ ਪਰਿਵਰਤਨ ਨਹੀਂ ਸੀ ਕੀਤਾ। ਅੱਜ ਜਿਹੜੇ ਗਰੀਬ ਲੋਕਾਂ ਨੂੰ ਧਰਮ ਪਰਿਵਰਤਨ ਕਰਵਾਉਣ ਲਈ ਲਾਲਚ ਦਿੱਤਾ ਜਾ ਰਿਹਾ, ਇਹ ਗੈਰ ਕਾਨੂੰਨੀ ਗੱਲਾਂ ਨੇ। ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ। ਪੰਜਾਬ ਦੇ ਅਮਨ ਸ਼ਾਂਤੀ ਨੂੰ ਜਿਹੜੇ ਲੋਕ ਅੱਗ ਲਾਉਣਾ ਚਾਹੁੰਦੇ ਨੇ, ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਨੇ, ਉਹਨਾਂ ਦੇ ਖਿਲਾਫ ਸਰਕਾਰ ਕਾਰਵਾਈ ਕਰੇ। ਅਗਰ ਨਹੀਂ ਕਰੇਗੀ, ਟਕਰਾਅ ਪੈਦਾ ਹੋਏਗਾ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਪਿਛਲੇ ਸਮੇਂ ਦੇ ਵਿੱਚ ਇੱਥੇ ਨਿਰੰਕਾਰੀ ਕਾਂਡ ਵਾਪਰਿਆ, ਉਹਨਾਂ ਨੇ ਅਵਤਾਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਣਾਈ, ਉਹਨਾਂ ਨੇ ਮਤਲਬ ਹੋਰ ਬੜਾ ਕੁਝ ਕੀਤਾ, ਅਸੀਂ ਵਿਰੋਧ ਕੀਤਾ, ਸਰਕਾਰ ਨੇ ਨੱਥ ਪਾਉਣ ਦਾ ਯਤਨ ਨਹੀਂ ਕੀਤਾ। ਉਸ ਤੋਂ ਬਾਅਦ ਇੱਕ ਬੜਾ ਘੱਲੂਘਾਰਾ ਵਾਪਰਿਆ ਇੱਥੇ। ਇਸ ਕਰਕੇ ਹੁਣ ਸਰਕਾਰ ਦੀ ਡਿਊਟੀ ਆ, ਅਸੀਂ ਸਰਕਾਰ ਨੂੰ ਸਮੇਂ ਸਿਰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣ ਦਾ ਯਤਨ ਕਰਨ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੋਂ ਤੱਕ ਸੰਬੰਧ ਹੈ, ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਹੋਈ ਹੈ। ਪਿੰਡ ਸਾਡੇ ਪ੍ਰਚਾਰਕ, ਰਾਗੀ, ਢਾਡੀ, ਕਥਾਵਾਚ ਕੇ ਜਾਂਦੇ ਨੇ, ਹਰ ਰੋਜ਼ ਸਕੂਲਾਂ ਕਾਲਜਾਂ 'ਚ ਜਾਂਦੇ ਨੇ, ਯੂਨੀਵਰਸਿਟੀਆਂ 'ਚ ਜਾਂਦੇ ਨੇ। ਉਸ ਤੋਂ ਇਲਾਵਾ ਜਿਹੜੇ ਸਾਡੇ ਮਿਸ਼ਨਰੀ ਕਾਲਜ ਨੇ, ਉਹਨਾਂ ਦੀਆਂ ਸਭਾਵਾਂ ਲੈ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਉਹਨਾਂ ਨੇ ਆਰੰਭਿਆ ਹੋਇਆ। ਤੁਸੀਂ ਦੇਖਿਆ ਹੋਣਾ ਕੱਲ੍ਹ ਦੀਆਂ ਅਖਬਾਰਾਂ ਦੀਆਂ ਖਬਰਾਂ ਕਿ ਬਹੁਤ ਸਾਰੇ ਗਰੀਬ ਲੋਕ ਜਿਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਸੀ ਕਿਸੇ ਨਾ ਕਿਸੇ ਲਾਲਚ ਬਸ, ਉਹ ਸਾਰੇ ਦੇ ਸਾਰੇ ਵਾਪਸ ਸਿੱਖੀ ਵਿੱਚ ਪਰਿਵਰਤਨ ਵਾਪਸ ਆ ਗਏ ਨੇ। ਅਤੇ ਮੈਂ ਸਮਝਦਾ ਬਾਕੀ ਵੀ ਜਿਹੜੇ ਲੋਕਾਂ ਨੇ ਟਾਵੇਂ ਕਿਤੇ ਗਏ ਨੇ ਉਹ ਵੀ ਵਾਪਸ ਆ ਜਾਣਗੇ। ਪਰ ਮੈਂ ਇਹ ਸਮਝਦਾ ਕਿ ਮੀਡੀਆ 'ਚ ਰੌਲਾ ਜ਼ਿਆਦਾ ਹੈ ਅਤੇ ਐਡੀ ਵੱਡੀ ਪੱਧਰ 'ਤੇ ਮਤਲਬ ਈਸਾਈਅਤ ਦਾ ਮਤਲਬ ਕ੍ਰਿਸਚਨ ਨਹੀਂ ਲੋਕ ਬਣ ਰਹੇ, ਜਿੰਨਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਸਾਡੇ ਪ੍ਰਚਾਰਕ ਵੀ ਜਾ ਰਹੇ ਨੇ, ਪਰ ਫੇਲੀਅਰ ਕਿੱਥੇ ਆ ਫਿਰ ਕਿਉਂ ਜਿਹੜੇ ਵੀ ਕੁਝ ਲੋਕ ਜਾ ਰਹੇ ਨੇ? ਅਸੀਂ ਹੁਣ ਦੇਖਿਆ ਕਿ ਅੱਗੇ ਹੁੰਦਾ ਸੀ ਕਿ ਜਦ ਈਸਾਈ ਬਣਦਾ ਸੀ ਬੰਦਾ, ਆਪਣੇ ਕੇਸ ਵੀ ਕਤਲ ਕਰਾ ਲੈਂਦਾ ਸੀ ਅਤੇ ਉਹ ਰੂਪ ਬਦਲ ਲੈਂਦਾ ਸੀ, ਪਰ ਹੁਣ ਉਹ ਨਾਮ ਵੀ ਉਹੀ ਰੱਖਿਆ ਜਾਂਦਾ, ਜਿਹੜੀ ਦਸਤਾਰ ਵੀ ਬੰਨੀ ਹੁੰਦੀ ਆ, ਦਾੜਾ ਵੀ ਪ੍ਰਕਾਸ਼ ਹੁੰਦਾ ਅਤੇ ਗਾਤਰਾ ਵੀ ਪਾਇਆ ਹੁੰਦਾ। ਫਿਰ ਉਹ ਲੋਕ ਕਿਉਂ ਜਿਹੜੇ ਨੇ ਜਾ ਕੇ ਪ੍ਰਚਾਰਕ ਬਣ ਜਾਂਦੇ ਨੇ ਈਸਾਈਆਂ? ਦੇਖੋ, ਅਸੀਂ ਮਤਲਬ ਉਹਨਾਂ ਨੂੰ ਜਿਸ ਦਿਨ ਸਾਡਾ ਡੈਲੀਗੇਟ ਮਿਲਿਆ ਤਾਂ ਅਸੀਂ ਉਹਨਾਂ ਨੂੰ ਇਹ ਉਦਣ ਵੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ, ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਕਿਹਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਿਹਾ, ਕਿਸੇ ਕ੍ਰਿਸਚਨ ਨੂੰ, ਪਾਦਰੀ ਨੂੰ ਇਸ ਗੱਲ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਉਹ ਕਿਸੇ ਸਿੱਖ ਦੀ ਦਸਤਾਰ ਸਜਾ ਕੇ, ਸਿਰ 'ਤੇ ਦਾੜਾ ਸਜਾ ਕੇ ਜਾਂ ਗਾਤਰੇ ਕਿਰਪਾਨ ਪਾਈ ਹੋ ਕੇ ਉਹਦੇ ਕੋਲੋਂ ਈਸਾਈਅਤ ਦਾ ਪ੍ਰਚਾਰ ਕਰਵਾਉਣ ਦਾ ਯਤਨ ਕਰੇ। ਟਕਰਾਅ ਪੈਦਾ ਹੋਏਗਾ, ਇਹਦੇ ਲਈ ਜ਼ਿੰਮੇਵਾਰ ਕ੍ਰਿਸਚਨ ਹੋਣਗੇ, ਸਰਕਾਰਾਂ ਹੋਣਗੀਆਂ। ਸਰਕਾਰ ਇਹਦਾ ਨੋਟਿਸ ਲੈਣ ਦਾ ਯਤਨ ਕਰੇ। ਨੰਬਰ 2 'ਤੇ ਫੇਲੀਅਰ ਕਿਤੇ ਨਹੀਂ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ 'ਤੇ ਇਹ ਪ੍ਰਚਾਰ ਕਰ ਰਹੀ ਹੈ। ਇਹ ਠੀਕ ਹੈ ਕਿ ਗਰੀਬ ਲੋਕ ਜਿਹੜੇ ਨੇ, ਮਾਨਸਿਕ ਤੌਰ 'ਤੇ ਵੀ ਲੋਕ ਬਿਮਾਰ ਨੇ ਅੱਜ ਕੱਲ੍ਹ, ਕਿਸੇ ਨੂੰ ਕੋਈ ਬਿਮਾਰੀ ਹੈ, ਕਿਸੇ ਨੂੰ ਕੋਈ ਬਿਮਾਰੀ ਹੈ, ਲੋਕ ਡਾਕਟਰੀ ਇਲਾਜ ਕਰਾਉਣ ਦੀ ਬਜਾਏ ਲੋਕਾਂ ਨੂੰ ਛੇਤੀ ਆਰਾਮ ਚਾਹੁੰਦੇ ਨੇ ਲੋਕ, ਅਤੇ ਛੇਤੀ ਅਮੀਰ ਬਣਨਾ ਚਾਹੁੰਦੇ ਨੇ, ਛੇਤੀ ਵੱਡੇ ਰੁਤਬੇ ਭਾਲਦੇ ਨੇ। ਇਸ ਕਰਕੇ ਲੋਕਾਂ ਨੂੰ ਐਂ ਲੱਗਦਾ ਕਿ ਜਿਵੇਂ ਮਤਲਬ ਸਿੱਖੀਜ਼ਮ ਦੇ ਵਿੱਚ ਵੀ ਹੈਗਾ, ਬਹੁਤ ਸਾਰੇ ਡੇਰੇ ਵਾਲੇ ਸਾਧ ਨੇ ਐਸੇ ਜਿਹੜੇ ਇਸ ਕਿਸਮ ਦਾ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਉਹ ਵੀ ਉਹਨਾਂ ਦਾ ਸ਼ੋਸ਼ਣ ਕਰਦੇ ਨੇ। ਇਸ ਤਰ੍ਹਾਂ ਹੀ ਸ਼ੋਸ਼ਣ ਜਿਹੜਾ ਇਹ ਪਾਦਰੀਆਂ ਵਿੱਚ ਵੀ ਕੀਤਾ ਜਾ ਰਿਹਾ, ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ, ਉਹਨਾਂ ਨੂੰ ਕੀਤਾ ਜਾ ਰਿਹਾ। ਇਹ ਬਿਲਕੁਲ ਗਲਤ ਗੱਲਾਂ ਨੇ, ਇਹ ਮਤਲਬ ਸਮਾਜ ਨੂੰ ਤੋੜਨ ਵਾਲੀਆਂ ਗੱਲਾਂ ਨੇ, ਬਰਦਾਸ਼ਤਯੋਗ ਨਹੀਂ ਹਨ। ਠੀਕ ਆ, ਤੁਸੀਂ ਕਹਿੰਦੇ ਹੋ ਵੀ ਉਹ ਲਾਲਚ ਦਿੱਤੇ ਜਾਂਦੇ। ਅਸੀਂ ਕੁਝ ਜਿਹੜੇ ਈਸਾਈ ਬਣੇ ਨੇ, ਕਨਵਰਟ ਹੋਏ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦਿੱਤੀ ਜਾ ਰਹੀ ਹੈ, ਸਾਡਾ ਇਲਾਜ ਫ੍ਰੀ ਆ। SGPC ਕਿਉਂ ਨਹੀਂ ਕਰਦੀ ਹੈਗੀ? ਕੀ SGPC ਉਹ ਘਾਟ ਹੈ? ਕਾਲਜ ਇੰਨੇ
ਇੰਨੇ ਨੇ, ਇੰਨੇ ਜ਼ਿਆਦਾ ਪ੍ਰਚਾਰਕ ਨੇ, ਇੰਨੇ ਚੰਗੇ ਟੀਚਰ ਨੇ, ਕਿਉਂ ਹਜੇ ਫਿਰ ਜਿਹੜੇ ਐਜੀਪੀਸੀ ਜਾਂ ਕੁਝ ਨਹੀਂ ਕਰ ਸਕਦੀ ਕਿ ਬੱਚਿਆਂ ਨੂੰ ਆਪਣੇ ਨਾਲ ਜੋੜ ਲਈਏ? ਦੇਖੋ ਮੇਰਾ ਖਿਆਲ ਹੈ ਜੇ ਸਾਡਾ ਮੁਕਾਬਲਾ ਕ੍ਰਿਸਚਨਾਂ ਨਾਲ ਕਰਨ ਦਾ ਯਤਨ ਕਰੋਗੇ, ਉਹਨਾਂ ਨਾਲੋਂ ਕਈ ਗੁਣਾ ਵੱਧ ਅਸੀਂ ਗਰੀਬ ਲੋਕਾਂ ਦੀ ਹੈਲਪ ਕਰਦੇ ਹਾਂ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ 100 ਲੜਕੀਆਂ ਅਸੀਂ ਰੱਖੀਆਂ ਜਿਹੜੀਆਂ ਅੰਮ੍ਰਿਤਧਾਰੀ ਨੇ, ਜਿਨ੍ਹਾਂ ਦੀ ਟੋਟਲ ਫੀਸ ਵੀ ਫਰੀ ਹੈ, ਟੋਟਲ ਖਰਚਾ ਵੀ ਫਰੀ ਹੈ। ਹੋਸਟਲ 'ਚ ਉਹਨਾਂ ਨੇ ਰਹਿਣਾ ਹੈ, ਹੋਸਟਲ ਵਿੱਚ ਉਹਨਾਂ ਦੇ ਸਾਰੇ ਖਾਣੇ ਪਾਣੇ ਦਾ ਸਾਰਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਸਾਬੋ ਕੀ ਤਲਵੰਡੀ ਮਾਤਾ ਸਾਹਿਬ ਕੌਰ ਕਾਲਜ ਹੈ, ਉੱਥੇ ਵੀ ਇਸ ਕਿਸਮ ਦਾ ਪ੍ਰਬੰਧ ਕੀਤਾ ਗਿਆ। ਅਸੀਂ ਹੋਰ ਵੀ ਵੱਡੀ ਪੱਧਰ 'ਤੇ ਇਸ ਕਿਸਮ ਦੀ ਪਲੈਨਿੰਗ ਕਰ ਰਹੇ ਹਾਂ। ਜਿਹੜੇ ਚੰਗੇ ਹੁਸ਼ਿਆਰ ਬੱਚੇ ਸਾਡੇ ਕੋਲ ਆਉਂਦੇ ਨੇ, ਅਸੀਂ ਜਿਨ੍ਹਾਂ ਦੀ ਫੀਸਾਂ ਦੀ ਪ੍ਰੋਬਲਮ ਹੈ, ਉਹ ਕੁਝ ਫੀਸਾਂ ਅਸੀਂ ਮਾफ़ ਕਰਦੇ ਹਾਂ, ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰਾਉਣ ਦਾ ਯਤਨ ਵੀ ਕਰਦੇ ਹਾਂ। ਅਜਿਹੀ ਕੋਈ ਗੱਲ ਨਹੀਂ ਕਿ ਇੱਦਾਂ ਦਾ ਯਤਨ ਨਹੀਂ ਹੋ ਰਿਹਾ, ਬਹੁਤ ਵੱਡੀ ਪੱਧਰ 'ਤੇ ਯਤਨ ਹੋ ਰਿਹਾ, ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਠੀਕ ਹੈ, ਤੁਸੀਂ ਕਹਿ ਰਹੇ ਹੋ ਯਤਨ ਕਰ ਰਹੇ ਹੋ, ਪਰ ਧਰਮ ਪ੍ਰਚਾਰ ਕਮੇਟੀ ਕੀ ਲੱਗਦਾ ਸਹੀ ਕੰਮ ਕਰ ਰਹੀ ਹੈ? ਸਿੱਖ ਤੁਸੀਂ, ਠੀਕ ਹੈ, ਮੈਂ ਐਜੀਪੀਸੀ ਨੁਮਾਇੰਦੇ ਦੇ ਤੌਰ 'ਤੇ ਨਹੀਂ ਕਹਿੰਦਾ, ਸਿੱਖ ਤੁਸੀਂ ਮੰਨਦੇ ਹੋ ਕਿ ਧਰਮ ਪ੍ਰਚਾਰ ਕਮੇਟੀ ਸਹੀ ਕੰਮ ਕਰ ਰਹੇ, ਸਾਡੇ ਪ੍ਰਚਾਰਕ ਵਾਕਈ ਉੱਥੇ ਤੱਕ ਪਹੁੰਚ ਕਰ ਰਹੇ ਹਨ ਜਿੱਥੇ ਤੱਕ ਪਹੁੰਚ ਕਰਨ ਦੀ ਲੋੜ ਹੈ? ਦੇਖੋ ਮੈਂ ਇਹ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰੋਬਲਮ ਆਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਹੋਈ ਅਕਾਲੀ ਦਲ ਦੀ ਸਰਕਾਰ 'ਚ। ਗੋਲੀ ਚੱਲੀ, ਸੌਦਾ ਸਾਧ ਨੂੰ ਮਾफ़ ਕਰ ਦਿੱਤਾ ਗਿਆ। ਉਹਦੇ ਪ੍ਰਤੀ ਸਿੱਖਾਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਗੁੱਸਾ ਹੈ, ਇੱਕ ਰੋਹ ਹੈ, ਇੱਕ ਰਿਜ਼ੈਂਟਮੈਂਟ ਹੈ। ਜਿਹੜਾ ਪੰਥਕ ਜਜ਼ਬਾ ਸੀ ਉਹ ਕਿਤੇ ਨਾ ਕਿਤੇ ਕਮਜ਼ੋਰ ਪਿਆ ਅਤੇ ਉਹਦੇ ਪ੍ਰਤੀ ਲੋਕਾਂ ਦੇ ਗੁੱਸੇ ਕਾਰਨ ਵੀ ਸਾਡੇ ਖਿਲਾਫ ਬਹੁਤ ਗੱਲਾਂ ਖੜੀਆਂ ਹੋ ਰਹੀਆਂ ਨੇ। ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਏਜੰਡਾ ਅਪਣਾਉਣ ਦਾ ਯਤਨ ਕਰਨਾ ਚਾਹੀਦਾ। ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡਾ ਨਹੀਂ ਅਪਣਾਏਗੀ, ਪੰਥਕ ਵਿਚਾਰਧਾਰਾ ਦੀ ਪਹਿਰੇਦਾਰੀ ਨਹੀਂ ਕਰੇਗੀ, ਜੇ ਅਕਾਲੀ ਹੀ ਦਾੜੀ ਕਟਾ ਕੇ ਮਤਲਬ ਜਥੇਦਾਰ ਕਹਾਉਣਗੇ ਤੇ ਫਿਰ ਮੈਂ ਸਮਝਦਾ ਕਿ ਸਾਡਾ ਅਕਾਲੀ ਦਲ ਦਾ ਜਥੇਦਾਰ ਦਾ ਪ੍ਰਭਾਵ ਅੱਗੇ ਕੀ ਪਏਗਾ। ਹੁਣ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾਂ, ਜੇ ਮੇਰੇ ਬੱਚਿਆਂ ਨੇ ਦਾੜੀ ਕੱਟੀ ਵੀ ਹੈ, ਕੇਸ ਕਤਲ ਕੀਤੇ ਹੋਏ ਨੇ, ਤਾਂ ਫਿਰ ਮੈਂ ਸਮਝਦਾ ਕਿ ਮੇਰੇ ਪਰਿਵਾਰ ਦਾ ਪ੍ਰਭਾਵ ਜਾਂ ਮੇਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਦੇ ਕੀ ਅਰਥ ਨੇ। ਅਤੇ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡੀ ਪੱਧਰ 'ਤੇ ਜ਼ਰੂਰਤ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਸ਼੍ਰੋਮਣੀ ਕਮੇਟੀ ਨੇ, ਮੁਲਾਜ਼ਮ ਨੇ, ਉਹਨਾਂ ਦੇ ਪਰਿਵਾਰਾਂ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਸਿੱਖੀ ਹਰ ਤਰ੍ਹਾਂ ਦੇ ਨਾਲ ਪ੍ਰਫੁੱਲਤ ਹੋਵੇ। ਜਿੰਨਾ ਚਿਰ ਉਹਨਾਂ ਦੇ ਅੰਦਰ ਨਹੀਂ ਹੁੰਦੀ, ਅਕਾਲੀ ਦਲ ਦੇ ਲੀਡਰਾਂ ਦੇ ਅੰਦਰ ਨਹੀਂ ਹੁੰਦੀ, ਅਕਾਲੀ ਦਲ ਦੇ ਆਗੂ ਵਰਕਰ ਉਹ ਸਿੱਖੀ ਸਰੂਪ ਧਾਰਨ ਨਹੀਂ ਕਰਦੇ, ਸਾਡਾ ਪ੍ਰਭਾਵ ਉਸ ਤਰ੍ਹਾਂ ਦੂਜੇ ਲੋਕਾਂ 'ਤੇ ਨਹੀਂ ਪੈ ਸਕਦਾ। ਜਿਸ ਤਰ੍ਹਾਂ ਦਾ ਮੈਸੇਜ ਜਾਣਾ ਚਾਹੀਦਾ ਉੱਦਾਂ ਦਾ ਨਹੀਂ ਜਾਂਦਾ। ਬਿਲਕੁਲ, ਬਹੁਤ ਇੰਪੋਰਟੈਂਟ ਗੱਲ ਤੁਸੀਂ ਇਹ ਕਹੀ ਹੈ। ਹਾਲਾਂਕਿ ਕੋਈ ਮੈਨੂੰ ਲੱਗਦਾ ਨਹੀਂ ਐਜੀਪੀਸੀ ਮੈਂਬਰ ਜਿਹੜੀ ਐਡੀ ਇੰਪੋਰਟੈਂਟ ਇਹ ਗੱਲ ਕਹੂਗਾ। ਠੀਕ ਹੈ, ਸਿੱਖੀ ਦੀ ਕਿਤੇ ਕਹਿੰਦਾ ਕਮੀ ਜ਼ਰੂਰ ਹੈ। ਇੱਕ ਵੱਡੀ ਗੱਲ ਹੋਰ ਸਾਹਮਣੇ ਆਉਂਦੀ ਆ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਇਸ ਗੱਲ ਨੂੰ ਕਹਿ ਰਹੇ ਸੀ ਕਿ ਜੇਕਰ ਜਥੇਦਾਰ ਦੀ ਆਜ਼ਾਦ ਸੋਚ ਰੱਖੀ ਜਾਵੇ, ਜਥੇਦਾਰ ਜਿਹੜਾ ਚੇਂਜਿੰਗ ਤੋਂ, ਜਿਵੇਂ ਆਪਾਂ ਬਦਲ ਦਿੰਦੇ ਆ, ਬਦਲਾਵ ਤੋਂ ਆਜ਼ਾਦ ਹੋਊਗਾ ਤਾਂ ਸਹੀ ਫੈਸਲੇ ਲੈ ਸਕਦਾ। ਹੁਣ ਤੱਕ ਤਾਂ ਜਿਹੜਾ ਆ ਪਰਚੀ ਆਉਂਦੀ ਹੈ ਤੇ ਪਰਚੀ ਪੜ੍ਹ ਦਿੰਦੇ ਨੇ, ਇਹ ਵੀ ਪਰਚੀ ਪੜ੍ਹੀ ਗਈ ਹੈ। ਕਿ ਮੰਨਦੇ ਹੋ ਇਸ ਤਰੀਕੇ? ਦੇਖੋ ਮੈਂ ਇਹ ਸਮਝਦਾ ਕਿ ਪਹਿਲੀ ਗੱਲ ਤਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਦੀ ਜ਼ਰੂਰਤ ਹੈ, ਸੁਧਾਰ ਦੀ ਜ਼ਰੂਰਤ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਕਿਵੇਂ ਹੋਵੇ, ਫਿਰ ਜਥੇਦਾਰ ਦੇ ਸਾਧਨ ਕੀ ਹੋਣ। ਜਥੇਦਾਰ ਦਾ ਇੱਕ ਵੱਖਰਾ ਸੈਕਟਰੀਏਟ ਹੋਣਾ ਚਾਹੀਦਾ। ਜੇ 30 ਕਰੋੜ 35 ਕਰੋੜ ਮਤਲਬ ਜਿਹੜਾ ਅਮਰੀਕਨ ਲੋਕ ਨੇ ਉੱਥੇ ਦੇ ਰਾਸ਼ਟਰਪਤੀ ਦੀ ਸਿੱਧੀ ਚੋਣ ਕਰ ਸਕਦੇ ਨੇ, ਤਾਂ 3 ਕਰੋੜ ਸਿੱਖ ਜਿਹੜਾ ਹੈ ਉਹ ਮਤਲਬ ਜਥੇਦਾਰ ਅਕਾਲ ਤਖਤ ਦੀ ਨਿਯੁਕਤੀ ਕਿਉਂ ਨਹੀਂ ਕਰ ਸਕਦਾ। ਮੈਂ ਇਹ ਸਮਝਦਾ ਕਿ ਇਹ ਤਰੀਕਾ ਇੱਦਾਂ ਹੋਣਾ ਚਾਹੀਦਾ ਕਿ ਦੁਨੀਆ ਭਰ ਦਾ ਸਿੱਖ ਜਿਹੜਾ ਉਹ ਜਥੇਦਾਰ ਦੀ ਨਿਯੁਕਤੀ ਵਿੱਚ ਸ਼ਾਮਲ ਹੋਵੇ, ਆਪਣੀ ਵੋਟ ਪਾਵੇ। ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਖਾਲਸਾ ਪੰਥ ਵਿੱਚੋਂ ਇੱਕ 11 ਮੈਂਬਰੀ ਜਾਂ 5 ਮੈਂਬਰੀ ਮਤਲਬ ਪੂਰਨ ਗੁਰਸਿੱਖ ਬੰਦਿਆਂ ਦਾ ਪੈਨਲ ਬਣਾਵੇ ਵੀ ਆਹ ਅਸੀਂ ਪੈਨਲ ਦੇਤਾ, ਇਹਨਾਂ ਵਿੱਚੋਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਪਦਵੀ ਲਈ ਕੌਣ ਯੋਗ ਹੈ, ਇਹ ਖਾਲਸਾ ਪੰਥ ਆਪਣੀ ਵੋਟ ਦੇਵੇ ਅਤੇ ਜਿਹੜਾ ਖਾਲਸਾ ਪੰਥ ਨੂੰ ਯੋਗ ਲੱਗਦਾ ਉਹਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਣਾ ਚਾਹੀਦਾ। ਉਹ ਇੰਡੀਪੈਂਡੈਂਟ ਹੋਏਗਾ ਅਤੇ ਇੰਡੀਪੈਂਡੈਂਟ ਜਦੋਂ ਹੋਏਗਾ ਫਿਰ ਇੰਡੀਪੈਂਡੈਂਟ ਕੰਮ ਕਰੇਗਾ। ਜੇ ਸ਼੍ਰੋਮਣੀ ਕਮੇਟੀ ਨਿਯੁਕਤ ਕਰੇਗੀ ਤਾਂ ਉਹਦੇ 'ਤੇ ਕੁਦਰਤੀ ਗੱਲ ਆ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਵੀ ਰਹੇਗਾ,
ਕਿਤੇ ਨਾ ਕਿਤੇ ਅਕਾਲੀ ਦਲ ਦਾ ਪ੍ਰਭਾਵ ਵੀ ਰਹੇਗਾ। ਫਿਰ ਉਹ ਆਜ਼ਾਦ ਸੋਚ ਨਾਲ ਕੰਮ ਨਹੀਂ ਕਰ ਸਕਦਾ ਜਿੰਨਾ ਜਿਵੇਂ ਉਹਨੂੰ ਕਰਨਾ ਚਾਹੀਦਾ। ਪਰ ਮੈਂ ਫਿਰ ਵੀ ਸਮਝਦਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਦੋਂ ਇੱਕ ਵਾਰੀ ਜਥੇਦਾਰ ਬਣਾ ਹੀ ਦਿੱਤਾ, ਫਿਰ ਉਹਦੀ ਡਿਊਟੀ ਬਣਦੀ ਹੈ, ਉਹਦਾ ਫਰਜ਼ ਬਣਦਾ ਹੈ ਕਿ ਉਹ ਅਕਾਲੀ ਫੂਲਾ ਸਿੰਘ ਵਾਲਾ ਰੋਲ ਅਦਾ ਕਰਨ ਦਾ ਯਤਨ ਕਰੇ। ਅਤੇ ਜੇ ਜਥੇਦਾਰ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਦਾ ਰੋਲ ਨਹੀਂ ਅਦਾ ਕਰਦਾ, ਫਿਰ ਉਹ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰਦਾ, ਫਿਰ ਉਹ ਕਸੂਰਵਾਰ ਹੈ। ਬਿਲਕੁਲ, ਬਹੁਤ ਇੰਪੋਰਟੈਂਟ ਤੁਹਾਡੇ ਪੁਆਇੰਟ ਹੈਗਾ ਆ। ਕੁਝ ਲੋਕ ਇਹ ਵੀ ਕਹਿੰਦੇ ਆ ਵੀ ਜਿਸ ਤਰ੍ਹਾਂ ਪੌਪ ਦੀ ਨਿਯੁਕਤੀ ਹੁੰਦੀ ਆ ਜਾਂ ਈਸਾਈ ਚੂਜ਼ ਕਰਦੇ ਨੇ, ਬੁੱਧੀਮਾਨ ਜੀਬੀ ਚੂਜ਼ ਕਰ ਲੈਂਦੇ, ਜਦ ਤੱਕ ਉਹ ਜਿਉਂਦਾ, ਜਦ ਤੱਕ ਉਹ ਆਪਣੀ ਗੱਦੀ ਤੇ ਆ, ਫਿਰ ਡਰ ਨਹੀਂ ਰਹਿੰਦਾ, ਪ੍ਰਭਾਵ ਨਹੀਂ ਰਹਿੰਦਾ। ਜੇ ਉਸ ਤਰੀਕੇ ਨਾਲ ਨਿਯੁਕਤੀ ਹੋ ਜਾਵੇ, ਪਰਮਾਨੈਂਟ ਇੱਕ ਜਥੇਦਾਰ ਮਿਲ ਜਾਵੇ, ਫਿਰ ਲੱਗਦਾ ਵੀ ਸਾਰੇ ਕੌਮ ਲਈ ਸਹੀ ਫੈਸਲੇ ਹੋ ਸਕਦੇ ਨੇ। ਨਹੀਂ, ਮੈਂ ਸਮਝਦਾ, ਦੇਖੋ ਪਰਮਾਨੈਂਟ ਤਾਂ ਨਹੀਂ ਮੈਂ ਮੰਨਦਾ ਵੀ ਕਿਸੇ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ। ਮਨੁੱਖ ਹੈ, ਮਨੁੱਖ ਦੇ ਵਿੱਚ ਬੜੀ ਵਾਰ ਕਈ ਵਾਰੀ ਗਿਰਾਵਟਾਂ ਆ ਜਾਂਦੀਆਂ ਨੇ। ਜਥੇਦਾਰ ਨੂੰ ਹਟਾਉਣ ਤੇ ਬਣਾਉਣ ਦੀ ਵਿਧੀ ਵਿਧਾਨ ਬਣਨਾ ਚਾਹੀਦਾ। ਹੁਣ ਜਥੇਦਾਰ ਪਟਨਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਣਜੀਤ ਸਿੰਘ ਜੀ ਗੌਰ ਸਾਹਿਬ, ਉਹਨਾਂ ਨੇ ਵੱਡੀਆਂ ਗਲਤੀਆਂ ਕਰ ਲਈਆਂ। ਹੁਣ ਜੇ ਤੁਸੀਂ ਉਹਨਾਂ ਨੂੰ ਤਾਂ ਜ਼ਿੰਦਗੀ ਜਥੇਦਾਰ ਬਣਾ ਦੋਗੇ, ਫਿਰ ਉਹਦੇ ਜੋ ਵੱਡੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਫਿਰ ਕੀ ਕਰੋਗੇ ਜੀ। ਇਸ ਕਰਕੇ ਮੈਂ ਸਮਝਦਾ ਇੱਕ ਤਾਂ ਜਥੇਦਾਰ ਦੀ ਪਦਵੀ ਦਾ ਮਤਲਬ ਜਿਹੜੀ ਟਨਿਓਰ ਆ ਉਹਦੀ 5 ਸਾਲ ਦੀ ਹੋਣੀ ਚਾਹੀਦੀ ਹੈ। ਫਿਰ ਉਹਨੂੰ ਬਣਾਉਣ ਤੇ ਲਾਉਣ ਦਾ ਢੰਗ ਤਰੀਕਾ ਵੀ ਪੰਥ ਵਿੱਚ ਹੋਣਾ ਚਾਹੀਦਾ। ਜਿੰਨਾ ਚਿਰ ਇਹ ਦੋ ਗੱਲਾਂ ਨਹੀਂ ਹੁੰਦੀਆਂ, ਉਹਨਾਂ ਚਿਰ ਮੈਂ ਸਮਝਦਾ ਕਿ ਜਥੇਦਾਰ ਵੀ ਪੰਥਕ ਭਾਵਨਾਵਾਂ ਦੀ ਸਹੀ ਤਰਜਮਾਨੀ ਨਹੀਂ ਕਰ ਸਕਦਾ। ਅਤੇ ਇਸ ਕਰਕੇ ਜ਼ਰੂਰੀ ਇਹ ਹੈਗਾ ਕਿ ਜਥੇਦਾਰ ਨੂੰ ਰਾਜਨੀਤਿਕ ਮਤਲਬ ਪ੍ਰਭਾਵ ਤੋਂ ਮੁਕਤ ਕਰਨ ਦੇ ਲਈ, ਕਿਉਂਕਿ ਦੇਖੋ ਹੁਣ ਜਦੋਂ ਸ਼੍ਰੋਮਣੀ ਕਮੇਟੀ ਬਣੀ ਸੀ, ਉਦੋਂ ਤਾਂ ਸ਼੍ਰੋਮਣੀ ਕਮੇਟੀ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਸੀ, ਕਿਉਂਕਿ ਦੇਸ਼ ਇਕੱਠਾ ਸੀ। ਇਕੱਠੇ ਦੇਸ਼ ਦੇ ਵਿੱਚ ਜਿਹੜੇ ਗੁਰਦੁਆਰੇ ਪਾਕਿਸਤਾਨ ਵਿੱਚ ਸੀ, ਹਿੰਦੁਸਤਾਨ ਵਿੱਚ ਉਹਨਾਂ ਦੀ ਕਮੇਟੀ ਸੀ। ਦੇਸ਼ ਦੇ ਟੁਕੜੇ ਹੋ ਗਏ, ਅੱਧੇ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ, ਸ਼੍ਰੋਮਣੀ ਕਮੇਟੀ ਦਾ ਘੇਰਾ ਟੁੱਟ ਗਿਆ, ਛੋਟਾ ਰਹਿ ਗਿਆ। ਸਿੱਖ ਅੰਤਰਰਾਸ਼ਟਰੀ ਪੱਧਰ 'ਤੇ ਚਲਾ ਗਿਆ। ਹੁਣ ਅਮਰੀਕਾ ਕੈਨੇਡਾ ਦੇ ਵਿੱਚ ਇੱਕ ਸਿੱਖ ਹੈ, ਉਹ ਕੋਈ ਗੁਸਤਾਖੀ ਕਰ ਜਾਂਦਾ, ਕੋਈ ਗਲਤੀ ਕਰਦਾ, ਅਸੀਂ ਉਹਦੀ ਜਵਾਬ ਤਲਬੀ ਤਾਂ ਕਰਦੇ ਹਾਂ ਕਿ ਉਹਨੂੰ ਅਕਾਲ ਤਖਤ 'ਤੇ ਤਲਬ ਕਰਦੇ ਹਾਂ, ਤਨਖਾਹ ਲਾਉਂਦੇ ਹਾਂ, ਉਹ ਸਜ਼ਾ ਵੀ ਭੁਗਤਦਾ, ਅਕਾਲ ਤਖਤ ਨੂੰ ਸਨਮੁਖ ਵੀ ਰਹਿੰਦਾ। ਪਰ ਜਦੋਂ ਜਥੇਦਾਰ ਦੀ ਨਿਯੁਕਤੀ ਕਰਨੀ ਹੁੰਦੀ ਹੈ ਉਦੋਂ ਅਸੀਂ ਉਹਨੂੰ ਪੁੱਛਦੇ ਨਹੀਂ। ਅਤੇ ਮੈਂ ਸਮਝਦਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ ਦੇ ਮਤਲਬ ਸਿੱਖਾਂ ਦੀ ਨਿਯੁਕਤੀ ਜਿਹੜੀ ਹੈ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਵਿੱਚ ਦੁਨੀਆ ਭਰ ਦੇ ਸਿੱਖ ਦੀ ਸ਼ਮੂਲੀਅਤ ਹੋਣੀ ਚਾਹੀਦੀ। ਬਹੁਤ ਇੰਪੋਰਟੈਂਟ ਗੱਲ ਹੈਗੀ ਤੁਹਾਡੀ ਕਿ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇੱਕ ਹੋਰ ਵੱਡਾ ਜਿਹੜਾ ਪੁਆਇੰਟ ਜਿਹੜੇ ਲੋਕ ਕਹਿੰਦੇ ਨੇ ਕਿ ਐਸਜੀਪੀਸੀ ਕਿਤੇ ਨਾ ਕਿਤੇ ਨਿਰਮਾਣ ਕਰਨੇ ਨੇ ਜਿਹੜੇ ਇਤਿਹਾਸਿਕ ਥਾਵਾਂ ਦੇ, ਉਹ ਕਿਤੇ ਨਾ ਕਿਤੇ ਵਿਸਾਰਦੀ ਜਾ ਰਿਹਾ। ਦਿਮਾਗ ਟੋਡਰਮਲ ਦੀ ਹਵੇਲੀ ਦੀ ਆਪਾਂ ਗੱਲ ਕਰ ਲੈਂਦੇ ਹਾਂ, ਜਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਊਜ਼ੀਅਮ ਹੈ। ਇੱਕ ਪਾਸੇ ਚਰਨਜੀਤ ਚੰਨੀ ਚਮਕੌਰ ਸਾਹਿਬ ਦੇ ਨੂੰ ਰੰਗ ਰੂਪ ਦੇ ਦਿੰਦੇ ਆ ਸਿੱਖੀ ਵਾਲਾ, ਸੈਂਟਰ ਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਜਾਂ ਅਕਾਲੀ ਦਲ ਦੇ ਵੇਲੇ ਹੋ ਜਾਂਦਾ ਤਬਦੀਲ। ਪਰ ਇੱਥੇ ਕਿਉਂ ਫੇਲਿਅਰ ਰਿਹਾ? ਕਿਉਂ ਹਜੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਯਾਦਗਾਰ ਆ ਉਹ ਪਿਛੜਦੀ ਜਾ ਰਹੀ ਹੈ? ਕਿਉਂ ਨਹੀਂ ਅਸੀਂ ਬਣਾ ਪਾਉਂਦੇ? ਤੁਹਾਨੂੰ ਨਹੀਂ ਲੱਗਦਾ ਕਿ ਲੋਕ ਜਦ ਆਉਣਗੇ ਤਾਂ ਉੱਥੇ ਆ ਕੇ ਜਿਹੜੇ ਉਹਨਾਂ ਨੂੰ ਆਪਣਾ ਇਤਿਹਾਸ ਦੇਖਣਗੇ ਤਾਂ ਹੋਰ ਪ੍ਰਭਾਵਿਤ ਹੋਣਗੇ? ਦੇਖੋ, ਜਿੱਥੋਂ ਤੱਕ ਤਾਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦਾ ਸੰਬੰਧ ਆ, ਮੈਂ ਬੜੀ ਵਾਰ ਕਹਿ ਚੁੱਕਿਆ ਕਿ ਉਹਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਹੋਇਆ। ਅਰੋੜਾ ਸਾਹਿਬ ਵਕੀਲ ਸਾਹਿਬ ਨੇ, ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਹਿਸਟੋਰੀਕਲ ਜਿਹੜਾ ਪੱਖ ਹੈ ਉਹਨੂੰ ਤਬਾਹ ਕਰ ਦੇਗੀ, ਇਸ ਕਰਕੇ ਇਹਦੇ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ। ਮਾਨਯੋਗ ਹਾਈ ਕੋਰਟ ਨੇ ਇਹਦੇ 'ਤੇ ਸਟੇਟਸ ਕੋ ਕਰ ਦਿੱਤਾ। ਸ਼੍ਰੋਮਣੀ ਕਮੇਟੀ ਕੋਰਟ ਕੋਲ ਗਈ, ਅਸੀਂ ਅਪੀਲ ਕੀਤੀ ਕਿ ਅਸੀਂ ਐਫੀਡੈਵਿਟ ਦੇ ਦਿੱਤਾ, ਅਸੀਂ ਕਿਸੇ ਵੀ ਤਰ੍ਹਾਂ ਇਹਦਾ ਜਿਹੜਾ ਮਤਲਬ ਹਿਸਟੋਰੀਕਲ ਪੱਖ ਹੈ, ਇਹਦੀ ਅਥੈਂਟਿਸਿਟੀ ਹੈ, ਇਹਦੀ ਪੁਰਾਤਨਤਾ ਹੈ, ਉਹਨੂੰ ਕਿਸੇ ਤਰ੍ਹਾਂ ਵੀ ਛੇੜਛਾੜ ਨਹੀਂ ਕਰਾਂਗੇ। ਸਾਨੂੰ ਪੁਰਾਤਨ ਵਿਭਾਗ ਜਿਸ ਤਰ੍ਹਾਂ ਵੀ ਗਾਈਡ ਕਰੇਗਾ, ਅਸੀਂ ਉਸ ਤਰ੍ਹਾਂ ਕੰਮ ਕਰਨ ਲਈ ਬਿਲਕੁਲ ਤਿਆਰ ਹਾਂ। ਅਤੇ ਉਹਦਾ ਨਤੀਜਾ ਨਿਕਲਿਆ ਕਿ ਹੁਣ ਆ ਕੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਤਲਬ ਉਹਨਾਂ ਨੂੰ ਪੁਰਾਤਨ ਵਿਭਾਗ ਨੂੰ ਆਦੇਸ਼ ਦੇ ਦਿੱਤੇ ਕਿ ਤੁਸੀਂ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ, ਇਹਨਾਂ ਨੂੰ ਗਾਈਡ ਕਰੋ ਅਤੇ ਗਾਈਡ ਕਰਕੇ ਇਹਦੀ ਪੁਰਾਤਨਤਾ ਨੂੰ ਸਾਂਭ ਕੇ ਰੱਖਣ ਲਈ ਮਤਲਬ ਇਹਦੇ ਕਾਰਜ ਨੇਪਰੇ ਚਾੜੋ। ਅਤੇ ਹੁਣ ਉਹਨਾਂ ਨੇ ਵਰਬਲੀ ਤਾਂ ਮਤਲਬ ਕਹਿ ਦਿੱਤਾ, ਪਰ ਆਰਡਰ ਨਹੀਂ ਸਾਨੂੰ ਹਾਲੇ ਦਿੱਤੇ। ਜਿੱਦਣ ਸਾਨੂੰ ਆਰਡਰ ਮਿਲ ਗਏ, ਅਸੀਂ ਉਹਦੀ ਇੱਕ ਕਾਰ ਸੇਵਾ ਦਿੱਤੀ ਅਮਰੀਕਾ ਦੀ ਇੱਕ ਸੰਸਥਾ ਨੂੰ, ਅਤੇ ਉਹਨਾਂ ਨੇ ਅੱਗੇ ਕਾਰਜ ਆਰੰਭ ਕਰ ਦੇਣਾ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਸਮੀ ਤੌਰ 'ਤੇ ਪਿਛਲੇ ਦਿਨ ਆਰੰਭ ਕਰ ਗਏ ਸੀ, ਅਤੇ ਥੋੜ੍ਹਾ ਦਿਨ ਤੱਕ ਉਹ ਮੁਕੰਮਲ ਸ਼ੁਰੂ ਕਰ ਦਿੱਤਾ ਜਾਏਗਾ। ਨੰਬਰ 2 'ਤੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਊਜ਼ੀਅਮ ਹੈ, ਇਹਦੇ 'ਚ ਅਸੀਂ ਜ਼ਰੂਰ ਪਛੜੇ ਹਾਂ। ਇਹਦਾ ਵੱਡਾ ਕਾਰਨ ਇਹ ਸੀ ਕਿ ਪਿਛਲੇ ਸਮੇਂ ਵਿੱਚ ਕਰੋਨਾ ਆ ਗਿਆ। ਕਰੋਨੇ ਕਾਰਨ ਇਹ ਦੂਸਰਾ, ਇੱਕ ਤਾਂ ਕਰੋਨੇ ਦਾ ਬਹੁਤ ਵੱਡਾ ਪ੍ਰਭਾਵ ਰਿਹਾ, ਦੂਜਾ ਇੱਕ ਵੱਡਾ ਪ੍ਰਭਾਵ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬ ਦੇ ਵਿੱਚੋਂ ਜਿਹੜੇ ਬੱਚੇ ਨੇ
ਉਹ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ, ਜਾ ਰਹੇ ਨੇ। ਉਹਦਾ ਨਤੀਜਾ ਇਹ ਨਿਕਲਦਾ ਕਿ ਕਾਲਜਾਂ ਸਕੂਲਾਂ 'ਚ ਬੱਚੇ ਘੱਟ ਗਏ, ਟੀਚਰਾਂ ਨੂੰ ਫੀਸਾਂ ਦੇਣੀਆਂ ਪੈਂਦੀਆਂ ਨੇ। ਇਸ ਕਰਕੇ ਬਹੁਤ ਵੱਡੀ ਪੱਧਰ 'ਤੇ ਪੈਸਾ ਸ਼੍ਰੋਮਣੀ ਕਮੇਟੀ ਦਾ ਕਾਲਜਾਂ ਸਕੂਲਾਂ ਤੇ ਯੂਨੀਵਰਸਿਟੀਆਂ 'ਤੇ ਖਰਚ ਹੋ ਗਿਆ। ਅਤੇ ਇੱਕ ਤਰ੍ਹਾਂ ਦਾ ਮਤਲਬ ਸ਼੍ਰੋਮਣੀ ਕਮੇਟੀ ਨੂੰ ਥੋੜ੍ਹੀ ਜਿਹੀ ਸਮੱਸਿਆ ਆਈ ਹੈ। ਪਰ ਹੁਣ ਅਸੀਂ ਸਟੇਬਲ ਹੋ ਰਹੇ ਹਾਂ, ਕਿਉਂਕਿ 58 ਕਰੋੜ ਰੁਪਈਆ ਅਸੀਂ ਹੁਣੇ ਥੋੜ੍ਹੇ ਬਹੁਤ ਸਮੇਂ ਹੋਇਆ ਕਿ ਅਸੀਂ ਦੇ ਕੇ ਹਟੇ ਹਾਂ ਕਾਲਜਾਂ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ। ਕੁਝ ਪੈਸਾ ਸਟੇਟ ਗੌਰਮੈਂਟ ਕੋਲ ਪਿਆ, ਜਿਹੜਾ SC ST ਬੱਚਿਆਂ ਦਾ, ਉਹ ਸਾਨੂੰ ਮਿਲ ਨਹੀਂ ਰਿਹਾ ਹਾਲੇ। ਉਹ ਮਿਲ ਜਾਵੇ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਪਰ ਉਂਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਉਚੇਚੇ ਤੌਰ 'ਤੇ 2 ਵਾਰੀ ਵਿਜ਼ਿਟ ਕੀਤਾ, ਅਤੇ ਹੁਣ ਅਸੀਂ ਇਹਨੂੰ ਛੇਤੀ ਸ਼ੁਰੂ ਕਰਦੇ ਹਾਂ। ਬਿਲਕੁਲ। ਇੱਕ ਜਦ ਜੀ ਜਥੇਦਾਰ ਸਾਹਿਬ ਇੱਕ ਆਪਣਾ ਬਿਆਨ ਦਿੰਦੇ ਆ, ਜਦ ਕਹਿੰਦੇ ਨੇ ਈਸਾਈਆਂ ਬਾਰੇ ਕਰਦੇ, ਜਦ ਉਹਨੇ ਇੱਕ ਸ਼ਬਦ ਵਰਤੇ ਸੀ ਕਿ ਜਾਲੀ ਜਿਹੜੇ ਪਾਦਰੀ ਨੇ, ਜਾਲੀ ਪਾਦਰੀ ਜਿਹੜੇ ਪ੍ਰਚਾਰ ਕਰ ਰਹੇ ਆ। ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਈਸਾਈ ਧਰਮ ਨਾਲ ਲੜਨ ਦੀ ਗੱਲ ਆ ਤਾਂ ਏਜੰਸੀਆਂ ਕੰਮ ਕਰ ਰਹੀਆਂ, ਕਿ ਵਾਕਈ ਲੱਗਦਾ ਕਿ ਬਾਕੀ ਈਸਾਈ ਧਰਮ ਵਾਲੇ ਇਹ ਕੰਮ ਕਰ ਰਹੇ ਆ, ਜਾਂ ਫਿਰ ਉਹ ਏਜੰਸੀਆਂ ਨੇ ਜਿਹੜੀਆਂ ਵਿਦੇਸ਼ੀ ਜਾਂ ਸਾਡੀਆਂ ਜਿਹੜੀਆਂ ਖਤਮ ਕਰਨ 'ਚ ਲੱਗੀਆਂ ਹੋਈਆਂ? ਦੇਖੋ, ਮੈਂ ਇਹ ਸਮਝਦਾ ਕਿ ਮੁੱਢ ਕਦੀਮੋਂ ਸਿੱਖੀ ਨੂੰ ਖਤਮ ਕਰਨ ਦੇ ਲਈ ਬੜੇ ਹਮਲੇ ਹੋਏ। ਕਦੇ ਪਠਾਣਾਂ ਨੇ ਕੀਤੇ, ਕਦੇ ਮੁਗਲਾਂ ਨੇ ਕੀਤੇ, ਕਦੇ ਅਫਗਾਨੀਆਂ ਨੇ ਕੀਤੇ, ਦੁਰਾਨੀਆਂ ਨੇ ਕੀਤੇ, ਅੰਗਰੇਜ਼ਾਂ ਨੇ ਕੀਤੇ, ਕਾਂਗਰਸ ਨੇ ਕੀਤੇ, ਅੱਜ RSS ਕਰ ਰਹੀ ਹੈ, ਈਸਾਈਅਤ ਕਰ ਰਹੀ ਹੈ, ਕ੍ਰਿਸਚਨ ਕਰ ਰਹੇ ਨੇ। ਬਹੁਤ ਹਮਲੇ ਸਿੱਖਾਂ 'ਤੇ ਹੋ ਰਹੇ ਨੇ। ਇਹਨਾਂ ਹਮਲਿਆਂ ਦਾ ਡਟ ਕੇ ਵਿਰੋਧ ਕਰਨ ਦੇ ਲਈ ਸਿੱਖ ਪੰਥ ਨੂੰ ਇੱਕ ਮੁੱਠ ਹੋਣਾ ਚਾਹੀਦਾ। ਅਤੇ ਸਿੱਖਾਂ ਨੂੰ ਮੈਂ ਜਿਹੜੀ ਗੱਲ ਸਮਝਦਾ, ਜਿਹੜਾ ਬੰਦਾ ਸਿੱਖ ਦੇ ਘਰ ਪੈਦਾ ਹੋ ਗਿਆ ਉਹ ਅਮਰ ਛਕੇ, ਸਿੰਘ ਸਜੇ, ਗੁਰੂ ਦੇ ਲੜ ਲੱਗੇ। ਪਰ ਵੱਡੀ ਜ਼ਰੂਰਤ ਹੈ, ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਮੈਂਬਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਢਾਡੀ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਅਕਾਲੀ ਦਲ ਦੇ ਲੀਡਰ, ਵਰਕਰ, ਅਹੁਦੇਦਾਰ, ਜਿੰਨੇ ਵੀ ਹੈਗੇ, ਯੂਥ ਅਕਾਲੀ ਦਲ ਆ, ਹੋਰ ਜਥੇਬੰਦੀਆਂ ਨੇ ਪੰਥ ਦੀਆਂ ਛੋਟੀਆਂ ਮੋਟੀਆਂ, ਸਾਰਿਆਂ ਨੂੰ ਰਲ ਕੇ ਇਹ ਜਿਹੜੇ ਹਮਲੇ ਨੇ ਇਹਨਾਂ ਦਾ ਵਿਰੋਧ ਕਰਨ ਦਾ ਯਤਨ ਕਰਨਾ ਚਾਹੀਦਾ। ਵਿਰੋਧ ਅਸੀਂ ਡਾਂਗਾਂ ਨਾਲ ਨਹੀਂ ਕਰਨਾ, ਵਿਚਾਰਧਾਰਕ ਤੌਰ 'ਤੇ ਕਰਨਾ। ਦੇਖੋ, ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ, ਖੋਪੜੀਆਂ ਲਹਿੰਦੀਆਂ ਸੀ, ਬੰਦ ਕੱਟੇ ਜਾਂਦੇ ਸੀ, ਅਸੀਂ ਉਦੋਂ ਵੀ ਕਿਸੇ ਪਿੰਡ ਵਿੱਚ ਕਿਸੇ ਮੁਸਲਮਾਨ ਦਾ ਕਤਲ ਨਹੀਂ ਸੀ ਕੀਤਾ। ਅਸੀਂ ਇਸਲਾਮ ਨਾਲ ਲੜਾਈ ਨਹੀਂ ਸੀ ਵਿੱਢੀ। ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਕਿਸੇ ਵੀ ਇੱਕ ਪਿੰਡ ਦੇ ਵਿੱਚ, ਮੇਰੇ ਪਿੰਡ ਇੱਕ ਪੰਡਤਾਂ ਦਾ ਪਰਿਵਾਰ ਹੈ, ਮੈਂ ਖਾਲਿਸਤਾਨੀ ਸੋਚ ਰੱਖਦਾ, ਲੇਕਿਨ ਮੇਰੇ ਪਿੰਡ ਦੇ ਵਿੱਚ ਉਸ ਪਰਿਵਾਰ ਨੂੰ ਕਿਸੇ ਨੇ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦਾ ਯਤਨ ਨਹੀਂ ਕੀਤਾ। ਬਲਕਿ ਪਿਛਲੇ ਦਿਨੀ ਉਹਨਾਂ ਦੀ ਮਾਤਾ ਦਾ ਚੜ੍ਹਾਈ ਕਰ ਗਈ ਇੱਕ ਬਜ਼ੁਰਗ ਉਹਨਾਂ ਦੀ, ਅਤੇ ਅਸੀਂ ਉਹਦਾ ਜਿਹੜੀ ਰਸਮ ਸੀ, ਕਿਉਂਕਿ ਗਰੀਬ ਪਰਿਵਾਰ ਸੀ, ਅਸੀਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਉਹਨਾਂ ਦੀ ਮਰਿਆਦਾ ਕਰਵਾਈ। ਮਤਲਬ ਸ਼੍ਰੋਮਣੀ ਗੁਰਦੁਆਰਾ ਜਿਹੜਾ ਸਿੱਖ ਧਰਮ ਹੈ, ਸਰਬੱਤ ਦੇ ਭਲੇ ਦਾ ਧਰਮ ਹੈ। ਪਰ ਇਹਦੇ ਲਈ ਜ਼ਰੂਰੀ ਇਹ ਆ ਕਿ ਹਰ ਸਿੱਖ ਜਿਹੜਾ ਮਤਲਬ ਸਿੱਖ ਦੇ ਘਰ ਪੈਦਾ ਹੋਇਆ, ਉਹ ਅਮਰ ਛਕੇ, ਸਿੰਘ ਸਜੇ, ਗੁਰੂ ਦੇ ਲੜ ਲੱਗੇ, ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਆਪ ਕਰੇ, ਆਪ ਗੁਰੂ ਦਾ ਪ੍ਰਚਾਰਕ ਬਣੇ। ਇਹ ਡਿਊਟੀ ਹੈ, ਸਾਡਾ ਫਰਜ਼ ਹੈ, ਇਕੱਲੇ ਦਾ ਫਰਜ਼ ਹੈ। ਬਿਲਕੁਲ ਗੱਲ ਸਹੀ ਹੈ। ਪਰ ਇੱਥੇ ਇੱਕ ਗੱਲ ਤੁਸੀਂ ਕਹੀ ਹੈ ਵੀ ਅਸੀਂ ਕਦੇ ਹਮਲਾ ਨਹੀਂ ਕੀਤਾ, ਕਤਲ ਨਹੀਂ ਕੀਤੇ, ਕੁਛ ਨਹੀਂ ਕੀਤਾ। ਪਰ ਹੁਣ ਜਿਹੜੇ ਨੇ, ਜਿਵੇਂ ਈਸਾਈਆਂ ਦੀਆਂ ਮੂਰਤੀਆਂ ਤੋੜੀਆਂ ਜਾ ਰਹੀਆਂ, ਚਰਚਾਂ 'ਤੇ ਹਮਲੇ ਕੀਤੇ ਜਾ ਰਹੇ, ਜਿਸ ਨੂੰ ਲੈ ਕੇ ਇਸ਼ੂ ਬਣਿਆ ਹੋਇਆ, ਈਸਾਈ ਪੰਥ ਵੀ ਜਿਹੜਾ ਇਕੱਠਾ ਹੋ ਰਿਹਾ, ਲੱਗਦਾ ਕਿ ਸਾਡੇ ਜਿਹੜੇ ਵਿਦੇਸ਼ਾਂ 'ਚ ਸਿੱਖ ਰਹਿੰਦੇ ਨੇ, ਸਰਦਾਰ ਰਹਿੰਦੇ, ਉਹਨਾਂ ਨੂੰ ਵੀ ਦਿੱਕਤ ਆਉਣੀ ਸ਼ੁਰੂ ਹੋ ਜਾਊਗੀ ਕਿ ਈਸਾਈ ਉਹਨਾਂ ਦੇ ਖਿਲਾਫ ਹੋ ਜਾਣਗੇ। ਜਦ 1984 ਇੰਦਰਾ ਗਾਂਧੀ ਮਰਦੀ ਆ, ਦਿੱਲੀ ਦੇ ਵਿੱਚ ਮਰਦੀ ਆ, ਤਾਂ ਬਾਕੀ ਕਾਨਪੁਰ ਤੱਕ ਜਿਹੜੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ, ਫਿਰ ਹੁਣ ਕਿਉਂ ਨਹੀਂ ਵਿਦੇਸ਼ਾਂ 'ਚ ਟਾਰਗੇਟ ਹੋਣਗੇ? ਦੇਖੋ, ਮੈਂ ਇਹ ਸਮਝਦਾ ਕਿ ਭਾਵੇਂ ਅਸੀਂ ਹੋਈਏ, ਭਾਵੇਂ ਕੋਈ ਹੋਰ ਹੋਵੇ, ਕਦੇ ਵੀ ਟਕਰਾਅ ਦੀ ਨੀਤੀ ਨਹੀਂ ਚੰਗੀ ਹੁੰਦੀ। ਮਾਰ ਧਾੜ ਦੀ ਨੀਤੀ, ਬੇਪਤੀ ਕਰਨ ਦੀ ਨੀਤੀ, ਹਮਲਾਵਰ ਬਣ ਕੇ ਜਾਣ ਦੀ ਨੀਤੀ ਚੰਗੀ ਨਹੀਂ ਹੈ। ਜਿੱਥੇ ਵੀ ਕਿਤੇ ਇੱਦਾਂ ਦਾ ਕੋਈ ਲੱਗਦਾ ਕਿ ਕ੍ਰਿਸਚਨ ਜਿਹੜੇ ਨੇ ਉਹ ਸਿੱਖਾਂ ਨੂੰ ਗੁੰਮਰਾਹ ਕਰਦੇ ਨੇ, ਦਲਿਤਾਂ ਨੂੰ ਗੁੰਮਰਾਹ, ਸਿੱਖ ਦਲਿਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਨੇ, ਸਾਨੂੰ ਉਹਨਾਂ ਨੂੰ ਆਪਣੇ ਵਿਚਾਰਾਂ ਨਾਲ ਸਮਝਾਉਣ ਦਾ ਯਤਨ ਕਰਨਾ ਚਾਹੀਦਾ, ਟਕਰਾਅ 'ਚ ਨਹੀਂ ਪੈਣਾ ਚਾਹੀਦਾ। ਇਹ ਜਾਂਦੇ ਇੱਕ ਆਖਰੀ ਸਵਾਲ, ਜਿਸ ਫਾਈਟ ਲਈ ਤੁਸੀਂ ਲੜਾਈ ਲੜ ਰਹੇ ਹੋ, ਬੰਦੀ ਸਿੰਘਾਂ ਨੂੰ ਲੈ ਕੇ ਗਵਰਨਰ ਸਾਹਿਬ ਨੂੰ ਵੀ ਮਿਲਦੇ ਹੋ, ਹਰ ਜਗ੍ਹਾ ਤੁਸੀਂ ਜਾ ਰਹੇ ਹੋ, ਕੀ ਸਟੇਟਸ ਲੱਗਦਾ ਕਿ ਵਾਕਈ ਲੱਗਦਾ ਕਿ ਸੁਣਵਾਈ ਹੋਊਗੀ, ਜਾਂ ਉੱਥੋਂ ਵੀ ਫਿਰ ਜਿਹੜਾ ਅਸੀਂ ਸਿੱਖ ਦਾ ਦੇਖੋ, ਕੱਲ੍ਹ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਲਬ ਡੈਲੀਗੇਟ ਇਜਲਾਸ ਸੱਦਿਆ, ਮੈਂਬਰ ਸਾਹਿਬਾਨ ਸੱਦੇ ਨੇ। ਕੱਲ੍ਹ ਅਸੀਂ ਉਹਨਾਂ ਦੀ ਰਾਏ ਲਵਾਂਗੇ।
ਰਾਏ ਲੈਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਆਪਣਾ ਸੰਘਰਸ਼ ਰੰਭਾਂਗੇ। ਇੱਕ ਗੱਲ ਬੜੀ ਸਪਸ਼ਟ ਹੈ ਕਿ ਹੁਣ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਸਕਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਕਰਕੇ ਨਹੀਂ ਬੈਠ ਸਕਦੀ ਤੇ ਨਾ ਹੀ ਪੰਥ ਦੀਆਂ ਬਾਕੀ ਜਥੇਬੰਦੀਆਂ ਬੈਠ ਸਕਦੀਆਂ ਨੇ। ਲੋੜ ਇਸ ਗੱਲ ਦੀ ਹੈ ਕਿ ਪੰਥਕ ਏਕਤਾ ਦੀ ਲੋੜ ਹੈ, ਪੰਥਕ ਸ਼ਕਤੀ ਦੀ ਜ਼ਰੂਰਤ ਹੈ। ਜਿੰਨਾ ਚਿਰ ਸਾਡੀ ਏਕਤਾ ਤੇ ਸ਼ਕਤੀ ਇਕੱਠੀਆਂ ਹੋ ਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਨਹੀਂ ਅਸੀਂ ਖੜ੍ਹਦੇ ਬਹਿੰਦੇ ਹੀ ਨਹੀਂ, ਤਾਂ ਮੈਂ ਉਹਦੀ ਅਗਵਾਈ ਪ੍ਰਵਾਨ ਨਹੀਂ ਕਰਦੇ, ਤਾਂ ਮੈਂ ਸਮਝਦਾ ਉਨਾ ਚਿਰ ਅਸੀਂ ਮਤਲਬ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣ ਵਾਲੇ ਸੰਘਰਸ਼ ਨੂੰ ਮਤਲਬ ਨੇਪਰੇ ਨਹੀਂ ਚਾੜ ਸਕਦੇ। ਜ਼ਰੂਰਤ ਇਸ ਗੱਲ ਦੀ ਹੈ, ਸੰਘਰਸ਼ ਅਸੀਂ ਕੱਲ੍ਹ ਨੂੰ ਵਿੱਢ ਦੇਣਾ, ਉਹਨਾਂ ਚਿਰ ਲੜਾਂਗੇ ਜਿੰਨਾ ਚਿਰ ਉਹ ਰਿਹਾ ਨਹੀਂ ਹੁੰਦੇ। ਪੰਥਕ ਏਕਤਾ ਦੀ ਲੋੜ ਹੈ, ਪੰਥਕ ਸ਼ਕਤੀ ਦੀ ਲੋੜ ਹੈ। ਇਹ ਮਸਲਾ ਵੀ ਰੱਖੋਗੇ ਧਰਮ ਪਰਿਵਰਤਨ ਵਾਲਾ ਕੱਲ੍ਹ ਦੇ ਇਜਲਾਸ? ਦੇਖੋ ਕੱਲ੍ਹ ਦੇ ਇਜਲਾਸ ਵੀ ਸਾਰੇ ਮਸਲੇ ਵਿਚਾਰੇ ਜਾਣਗੇ, ਹੋਰ ਵੀ ਬਹੁਤ ਸਾਰੇ ਮਸਲੇ ਨੇ, ਸਾਰੇ ਮਸਲਿਆਂ 'ਤੇ ਡਿਸਕਸ਼ਨ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਹੈ, ਬੜੇ ਉਮਦਾ ਤੁਸੀਂ ਜਿਹੜੇ ਜਵਾਬ ਦਿੱਤੇ ਨੇ। ਕੀ ਕਹੋਗੇ ਜਿਹੜੀ ਸਿੱਖ ਸੰਸਥਾਵਾਂ ਜਾਂ ਸਿੱਖ ਨੇ ਸਾਡੇ ਇਸ ਸਮੇਂ ਸਾਨੂੰ ਦੇਖ ਰਹੇ ਉਹਨਾਂ ਨੂੰ? ਦੇਖੋ ਮੈਂ ਸਮੁੱਚੇ ਖਾਲਸਾ ਪੰਥ ਨੂੰ, ਦੁਨੀਆ ਭਰ ਦੇ ਸਿੱਖਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖ ਨੂੰ ਕਿਸੇ ਦੇਹਧਾਰੀ ਪਖੰਡੀ ਦੇ ਡੇਰੇ 'ਚ ਨਹੀਂ ਜਾਣਾ ਚਾਹੀਦਾ। ਸਾਡੀ ਸ਼ਕਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਪੰਥ ਦੀਆਂ ਸੰਸਥਾਵਾਂ ਇਹ ਮਜ਼ਬੂਤ ਰਹਿਣੀਆਂ ਚਾਹੀਦੀਆਂ ਨੇ। ਇਹਨਾਂ ਦੀ ਅਗਵਾਈ ਯੋਗ ਅਗਵਾਈ ਹੋਣੀ ਚਾਹੀਦੀ ਹੈ ਅਤੇ ਪੰਥਕ ਸ਼ਕਤੀ ਅਤੇ ਏਕਤਾ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਕਰਨੈਲ ਸਿੰਘ ਪੰਜੋਲੀ ਹੋਣੀ, ਜਿਹੜੇ ਕਿ ਐਸਜੀਪੀਸੀ ਦੇ ਜਨਰਲ ਸਕੱਤਰ ਨੇ। ਅੱਜ ਧਰਮ ਪਰਿਵਰਤਨ ਨੂੰ ਲੈ ਕੇ ਇਹਨਾਂ ਨਾਲ ਚਰਚਾ ਕੀਤੀ ਗਈ ਹੈ, ਬੰਦੀ ਸਿੰਘਾਂ ਨੂੰ ਲੈ ਕੇ ਵੀ ਚਰਚਾ ਹੋਈ ਹੈ, ਕਿਉਂਕਿ ਧਰਮ ਪਰਿਵਰਤਨ ਲਗਾਤਾਰ ਹੁੰਦਾ ਜਾ ਰਿਹਾ, ਪਰ ਅਸੀਂ ਇੱਕ ਵਿਸ਼ੇਸ਼ ਧਰਮ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰ ਰਹੇ ਹਾਂ, ਜਾਂ ਸਾਡੇ ਜਥੇਦਾਰ ਹੁਣ ਬਿਆਨ ਦੇ ਰਹੇ ਆ, ਜਾਂ ਉਹ ਕਿਸ ਪ੍ਰਭਾਵ ਹੇਠ ਨੇ, ਉਹ ਸਾਰੇ ਮਸਲੇ ਸੀ ਜਿਨ੍ਹਾਂ ਉੱਤੇ ਗੱਲਬਾਤ ਕੀਤੀ ਹੈ ਬਖੂਬੀ ਪੰਜੋਲੀ ਹੋਣਾ ਨੇ। ਸੋ ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।